ਜੀ ਹਾਂ, ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਜੀ ਫਾਉਲਰ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸੁਖਵਿੰਦਰ ਸਿੰਘ ਤੇ ਜਸਵੀਰ ਕੌਰ ਫਰੀਮਾਰ ਤੋਂ, ਸਰਬਜੀਤ ਸਿੰਘ ਚੋਕਰ ਟਰਲਕ ਤੋਂ, ਗੁਰਦਾਵਰ ਸਿੰਘ ਤੇ ਮਨਜੀਤ ਕੌਰ ਯੂਬਾ ਸਿਟੀ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ, ਅਵਤਾਰ ਸਿੰਘ ਤੇ ਰਣਜੀਤ ਕੌਰ ਸਿੱਧੂ ਬੇਕਰਸਫੀਲਡ ਤੋਂ, ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਹੜੇ ਹਰ ਤਰ੍ਹਾਂ ਦੇ ਵੈਜੀ ਨਾਨ ਵੈਜੀ ਪੀਜ਼ਾ ਆਰਡਰ ਕਰ ਸਕਦੇ ਹੋ। ਸਵਾਦ ਨਾਲ ਕੂਪਨ ਕੋਡ 13 ਦੇ ਨਾਲ। ਤੇ ਇੱਦਾਂ ਹੀ ਅਸੀਂ ਹੁਣ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਦਿਲਪ੍ਰੀਤ, ਧੰਨਵਾਦ, ਬਹੁਤ ਮਿਹਰਬਾਨੀ ਜੀ। ਨਿਗਾਹ ਮਾਰਦੇ ਆ ਜੀ ਕੁਛ ਆਲੇ ਦੁਆਲੇ ਤੇ, ਵੈਸੇ ਬਹੁਤਾ ਕੁਛ ਅਗਲੇ ਦਿਨਾਂ ਦੇ ਦੌਰਾਨ, ਬਲਕਿ ਇਹ ਕਹਿ ਲਿਆ ਜਾਵੇ ਕਿ ਅਗਲੇ ਮਹੀਨਿਆਂ ਦੇ ਦੌਰਾਨ ਲੋਕ ਸਭਾ ਦੀਆਂ ਆ ਰਹੀਆਂ ਚੋਣਾਂ ਦੇ ਉੱਤੇ ਜਿਹੜਾ ਦੀ ਰਹੂਗਾ। ਔਰ ਜੋ ਕੁਛ ਵੀ ਬਿਆਨਬਾਜ਼ੀ ਵੀ ਕੰਮ ਹੋ, ਸਾਰਾ ਕੁਛ ਹੀ ਢਾਹ ਭੰਨ ਜਿਹੜੀ ਚੱਲਦੀ ਰਹੀ ਹੈ, ਕਿਹਦੀਆਂ ਵੋਟਾਂ ਵੱਧਦੀਆਂ, ਕਿੰਨੀਆਂ ਕਿਹੜੀ ਪਾਰਟੀ ਦੀਆਂ ਵੋਟਾਂ ਜਿਹੜੀਆਂ ਉਹ ਘਟਦੀਆਂ। GST ਪ੍ਰੀਸ਼ਦ ਆ, ਉਹਦੀ ਬੈਠਕ ਦਿੱਲੀ ਦੇ ਵਿੱਚ ਫਿਰ ਚੋਣਾਂ ਆ ਰਹੀਆਂ ਨੇ। ਹੁਣ ਇੰਨੀਆਂ ਕੁ ਚੇਂਜਸ GST ਦੇ ਵਿੱਚ ਜਿਹੜੀਆਂ ਜੀ ਉਹ ਕੀਤੀਆਂ ਜਾ ਚੁੱਕੀਆਂ ਨੇ। ਹੁਣ ਸਮਝ ਨਹੀਂ ਲੱਗਦੀ ਰੀਜਨਲ ਕਿਨ ਜਿਹੜੀ ਆ ਚੇਂਜ ਤੋਂ ਬਾਅਦ ਉਹ ਕੀ ਦੀ ਕੀ ਬਣਾ ਦਿੱਤੀ ਹੈ। ਇਹਦਾ ਮਤਲਬ ਇੱਕ ਜਿਹੜਾ ਕਲੀਅਰ ਲੱਗ ਰਿਹਾ ਕਿ ਬਿਨਾਂ ਕਿਸੇ ਹੋਮਵਰਕ ਕੋਈ ਨੂੰ ਲਾਗੂ ਕੀਤਾ ਗਿਆ ਸੀਗਾ। ਹੁਣ ਜਿਹੜੀਆਂ ਉਸਾਰੀ ਦੇ ਅਧੀਨ ਜਿਹੜੀਆਂ ਬਿਲਡਿੰਗਸ ਨੇ, ਮਕਾਨ ਤੇ ਫਲੈਟ ਨੇ, ਉਹਨਾਂ ਦੇ ਉੱਤੇ GST ਦੀ ਦਰ ਜਿਹੜੀ 12% ਤੋਂ ਘਟਾ ਕੇ 5% ਕਰ ਦਿੱਤੀ। ਔਰ ਇਹਦੇ ਵਿੱਚ ਇਨਪੁਟ ਟੈਕਸ ਦਾ ਲਾਭ ਖਤਮ ਕਰਨ ਦਾ ਫੈਸਲਾ ਜਿਹੜਾ ਉਹ ਲਿਆ ਗਿਆ। ਇਹਦੇ ਨਾਲ ਕਿਫਾਇਤੀ ਦਰਾਂ ਦੇ ਵਿੱਚ ਮਕਾਨਾਂ ਤੇ ਵੀ GST ਦਰ ਨੂੰ 8% ਤੋਂ ਘਟਾ ਕੇ ਕਰਨ ਦਾ ਫੈਸਲਾ ਉਹ ਲਿਆ ਗਿਆ ਜੀ। ਔਰ ਇਹਦੇ ਨਾਲ ਜਿਹੜੇ ਫਲੈਟ ਜਿਨ੍ਹਾਂ ਨੇ ਖਰੀਦੇ ਉਹਨਾਂ ਨੂੰ ਇਹ ਰਾਹਤ ਮਿਲੂਗੀ। ਮਹਾਨਗਰਾਂ ਦੇ ਵਿੱਚ 45 ਲੱਖ ਰੁਪਏ ਤੱਕ ਦੀ ਲਾਗਤ ਵਾਲੇ 60 ਵਰਗ ਮੀਟਰ ਖੇਤਰਫਲ ਦੇ ਮਕਾਨਾਂ ਨੂੰ ਸ਼੍ਰੇਣੀ ਦੇ ਵਿੱਚ ਰੱਖਿਆ ਗਿਆ। ਔਰ ਛੋਟੇ ਸ਼ਹਿਰਾਂ ਦੇ ਵਿੱਚ 90 ਵਰਗ ਮੀਟਰ ਤੱਕ ਦੇ ਮਕਾਨਾਂ ਨੂੰ ਜਿਹੜਾ ਉਹ ਰੱਖਿਆ ਜਾਊਗਾ। ਜੀ ਦੀਆਂ ਦਰਾਂ ਜਿਹੜੀਆਂ 1 ਅਪ੍ਰੈਲ ਵੀ ਲਾਗੂ ਹੋਣਗੀਆਂ। ਮੌਜੂਦਾ ਸਮੇਂ ਦੇ ਵਿੱਚ ਜਿਹੜੇ ਅਜੇ ਬਣ ਰਹੇ ਜਿਹੜੇ ਫਲੈਟ ਨੇ, ਖਾਸ ਤੌਰ ਜਿਨ੍ਹਾਂ ਨੂੰ ਕੰਮ ਪੂਰਾ ਹੋਣ ਦਾ ਸਰਟੀਫਿਕੇਟ ਨਾ ਮਿਲਿਆ ਹੋਵੇ, ਉਹਦੇ ਉੱਤੇ ਖਰੀਦਦਾਰਾਂ ਨੂੰ 12% ਦੀ ਦਰ ਦੇ ਨਾਲ ਜਿਹੜਾ ਜੀ ਦੇਣਾ ਪੈਂਦਾ। ਔਰ ਜਿਹੜੀ ਲਾਟਰੀ ਜਿਹੜਾ ਫੈਸਲਾ ਉਹ ਅਜੇ ਹਾਲ ਦੀ ਘੜੀ ਟਾਲ ਦਿੱਤੀ। ਜਿਵੇਂ ਪਹਿਲਾਂ ਦੱਸਿਆ ਕਿ ਲੋਕ ਸਭਾ ਚੋਣਾਂ ਦੀ ਗੱਲ, ਇਹ ਜਿਹੜਾ ਜੀ ਸਾਹਮਣੇ ਆ ਰਿਹਾ ਕਿ ਚੋਣ ਕਮਿਸ਼ਨ ਜਿਹੜਾ ਇਲੈਕਸ਼ਨ ਕਮਿਸ਼ਨ ਹੈ, ਉਹ ਆਉਂਦੀਆਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਬਾਰੇ ਆਪਣੀ ਪੂਰੀ ਤਿਆਰੀ ਜਿਹੜੀ ਆ ਉਹ ਕਰ ਲਈ ਆ। ਔਰ ਕਮਿਸ਼ਨ ਦੇ ਵੱਲੋਂ ਮਾਰਚ ਪਹਿਲੇ ਹਫ਼ਤੇ ਤਰੀਕਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਸੰਭਾਵੀ ਰੂਪ ਵਿੱਚ 4 ਮਾਰਚ ਕਿਹਾ ਜਾ ਰਿਹਾ। ਉਸੇ ਦਿਨ ਫਿਰ ਕੋਡ ਆਫ ਕੰਡਕਟ ਵੀ ਜਿਹੜਾ ਜੀ ਉਹ ਲਾਗੂ ਹੋ ਜਾਊਗਾ। ਚੋਣ ਕਮਿਸ਼ਨ ਦੀ ਨਿਗਾਹ ਇਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਜਿਹੜੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਦੇ ਨਾਲ ਹੋਣ ਵਾਲੀ ਮੀਟਿੰਗ ਹੈ। ਔਰ ਨਰਿੰਦਰ ਮੋਦੀ ਵੀ ਆਪਣੀ ਆਖਰੀ ਕੈਬਨਿਟਿੰਗ ਜਿਹੜੀ ਹੈ ਜੀ ਉਹ ਕਰਨਗੇ। ਸੰਭਾਵੀ ਰੂਪ 6 ਮਾਰਚ ਜਾ ਰਹੀ ਹੈ। ਔਰ 6 ਮਾਰਚ ਨੂੰ ਸਰਕਾਰ ਦੀ ਪ੍ਰਗਤੀ ਆ, ਜਿਹਦੇ ਸਰਕਾਰ ਦੀਆਂ ਵੱਡੀਆਂ ਸਰਕਾਰੀ ਸਕੀਮਾਂ ਦੀ ਦੇ ਉੱਤੇ ਨਜ਼ਰਸਾਨੀ ਜਿਹੜੀ ਉਹ ਕੀਤੀ ਜਾਊਗੀ। ਚੋਣ ਕਮਿਸ਼ਨ ਨੇ ਰਾਜਾਂ ਦੇ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਸਣੇ ਹੋਣ ਵਾਲੀਆਂ ਚੋਣ ਤਿਆਰੀਆਂ ਮੁਕੰਮਲ ਕਰ ਲਈਆਂ ਨੇ। ਚੋਣ ਅਮਲ ਦੇ ਨਾਲ ਜੁੜੇ ਅਧਿਕਾਰੀਆਂ ਦੀਆਂ ਬਦਲੀਆਂ, ਨਵੀਆਂ ਨਿਯੁਕਤੀਆਂ ਸਾਰੇ ਰਾਜਾਂ ਦੇ ਕੇਂਦਰ ਸ਼ਾਸਿਤ ਸਕੱਤਰਾਂ ਤੇ ਮੁੱਖ ਚੋਣ ਅਧਿਕਾਰੀਆਂ ਲਿਖ ਦਿੱਤੇ ਜਾ ਚੁੱਕੇ ਆ। ਚੋਣ ਇੱਕ ਅਧਿਕਾਰੀ ਨੇ ਇਹ ਕਿਹਾ ਕਿ ਇਹਨਾਂ ਨੂੰ 28 ਫਰਵਰੀ ਤੋਂ ਪਹਿਲਾਂ ਅਮਲ ਪੂਰਾ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। ਹੁਣ ਚੋਣ ਪੈਨਲ ਲੋਕ ਸਭਾ ਚੋਣਾਂ 7 ਤੋਂ 8 ਪੜਾਵਾਂ ਦੇ ਵਿੱਚ ਕਰਨ ਦੇ ਬਾਰੇ ਕਰ ਰਿਹਾ। ਆਂਧਰਾ ਪ੍ਰਦੇਸ਼, ਉੜੀਸਾ, ਸਿੱਕਮ ਦੇ ਵਿੱਚ ਆਮ ਚੋਣਾਂ ਦੇ ਨਾਲ ਵਿਧਾਨ ਸਭਾ ਚੋਣਾਂ ਜਿਹੜੀਆਂ ਹੋਣਗੀਆਂ। ਔਰ ਮੌਜੂਦਾ 16ਵੀਂ ਲੋਕ ਸਭਾ ਦੀ ਮਿਆਦ ਅਗਲੇ 2-4 ਦਿਨ ਤੇ ਵੀ ਪਤਾ ਲੱਗ ਜਾਊਗਾ ਕਿ ਹਰਿਆਣਾ ਵੀ ਜਿਹੜਾ ਜੀ ਇਹਦੇ ਵਾਸਤੇ ਤਿਆਰੀ ਕਰ ਰਿਹਾ। ਲੋਕ ਸਭਾ ਦੀਆਂ ਚੋਣਾਂ ਦੇ ਨਾਲ ਹੀ ਇੱਥੇ ਵਿਧਾਨ ਸਭਾ ਦੀਆਂ ਚੋਣਾਂ ਵੀ ਜਿਹੜੀਆਂ ਹੋਣ। ਹਾਲਾਂਕਿ ਲੋਕ ਸਭਾ ਚੋਣਾਂ ਤੋਂ ਬਾਅਦ ਜਿਹੜੀਆਂ ਜੀ ਯੂ ਨੇ, ਤੋਂ ਦੇਖਦੇ ਆ ਜੀ ਕਿ ਹਰਿਆਣਾ ਵੀ ਇਹਦੇ ਵਿੱਚ ਸ਼ਾਮਲ ਹੁੰਦਾ ਜਾਂ ਨਹੀਂ। ਪਰ ਆਂਧਰਾ ਪ੍ਰਦੇਸ਼, ਉੜੀਸਾ, ਸਿੱਕਮ ਇੱਥੇ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਉਹ ਨਾਲ ਲੱਗੀਆਂ ਜੀ। ਭਾਰਤੀ ਜਨਤਾ ਪਾਰਟੀ ਦੇ ਬਾਗੀ ਮੈਂਬਰ ਸ਼ਤਰੂਘਨ ਸਿਨਹਾ ਨੇ ਚੰਡੀਗੜ੍ਹ ਦੇ ਵਿੱਚ ਆ ਕੇ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਨੂੰ ਹੀ ਘੇਰਿਆ। ਔਰ ਖਾਸ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਉੱਤੇ ਤਿੱਖੇ ਹਮਲੇ ਸ਼ਤਰੂਘਨ ਸਿਨਹਾ ਹੋਰਾਂ ਨੇ, ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਭਾਰਤੀ ਜਨਤਾ ਪਾਰਟੀ ਤੋਂ ਪਟਨਾ ਸਾਹਿਬ ਤੋਂ। ਉਹਨਾਂ ਨੇ ਮੋਦੀ ਸਰਕਾਰ ਨੂੰ ਤਾਨਾਸ਼ਾਹ ਦੱਸਦਿਆਂ ਹੋਇਆਂ ਆਉਂਦੀਆਂ ਚੋਣਾਂ ਦੇ ਵਿੱਚ ਪਰਿਵਰਤਨ ਲਿਆਉਣ ਦਾ ਹੋਕਾ ਦਿੱਤਾ। ਔਰ ਇਹ ਥੋੜਾ ਜਿਹਾ ਵੱਖਰੀ ਗੱਲ ਇਹ ਆ ਕਿ ਭਾਰਤੀ ਜਨਤਾ ਪਾਰਟੀ ਤੋਂ ਨੇ, ਬਾਕੀ ਹਮੇਸ਼ਾ ਉਹਨਾਂ ਦੀਆਂ ਆਉਂਦੀਆਂ ਰਹੀਆਂ ਨੇ ਸਾਹਮਣੇ। ਔਰ ਜਿਹੜੇ
ਆਮ ਆਦਮੀ ਪਾਰਟੀ ਦੇ ਵੱਲੋਂ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਹੈ ਚੰਡੀਗੜ੍ਹ ਤੋਂ ਹਰਮੋਹਨ ਭਵਨ, ਉਹਨਾਂ ਦੇ ਹੱਕ ਦੇ ਰੈਲੀ ਦੇ ਵਾਸਤੇ ਇੱਛੇ ਤੌਰ ਦੇ ਜਿਹੜਾ ਜੀ ਉਹ ਆਏ ਸਨ। ਸ਼ਤਰੂਘਨ ਸਿਨਹਾ ਹੋਰਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਿਰੁੱਧ ਖੁੱਲ੍ਹ ਕੇ ਭੜਾਸ ਕੱਢੀ ਔਰ ਇਹ ਗੱਲ ਆਖੀ ਪ੍ਰਧਾਨ ਮੰਤਰੀ ਦਾ ਨਾਮ ਲਏ ਤੋਂ ਬਿਨਾਂ ਕਿ ਦੇਸ਼ ਦੇ ਲੋਕਸ਼ਾਹੀ ਨਹੀਂ ਸਗੋਂ ਤਾਨਾਸ਼ਾਹੀ ਹੈ। ਉਹਨਾਂ ਨੇ ਪਰਿਵਰਤਨ ਦਾ ਨਾਅਰਾ ਦਿੰਦਿਆਂ ਹੋਇਆਂ ਇਹ ਗੱਲ ਕਹੀ ਕਿ ਮਨ ਕੀ ਬਾਤ ਖਤਮ ਹੋ ਗਈ, ਕੀ ਬਾਤ ਜਿਹੜੀ ਉਹ ਕਰਾਂਗੇ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਿਰਫ ਭਾਸ਼ਣਬਾਜ਼ੀ, ਵਿਦੇਸ਼ ਯਾਤਰਾ, ਆਪਣੇ ਆਪ ਨੂੰ ਪੁਰਸਕਾਰ ਦਿਵਾਉਣ ਦੇ ਜੁਗਾੜ ਦੇ ਲੱਗੇ ਦੇਸ਼ ਡਾਵਾਡੋਲ ਜਿਹੜਾ ਜੀ ਹੋ ਗਿਆ। ਸ਼ਤਰੂਘਨ ਸਿਨਹਾ ਹੋਰਾਂ ਨੇ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਅਰੁਣ ਜੀ, ਯਸ਼ਵੰਤ ਸਿਨਹਾ ਵਰਗੇ ਸਮਰੱਥ ਆਗੂਆਂ ਦੇ ਨਾਲ ਸਲਾਹ ਕੀਤੇ ਬਿਨਾਂ ਕੱਲਿਆਂ ਉਹਨਾਂ ਕਿਹਾ ਕਿ ਨੋਟਬੰਦੀ ਦਾ ਫੈਸਲਾ ਲੈ ਕੇ ਲੋਕਾਂ ਨੂੰ ਵੱਡੀ ਮੁਸੀਬਤ ਦੇ ਵਿੱਚ ਪਾਤਾ ਤੇ ਫਿਰ GST 368 ਦੋਨਾਂ ਕਰਕੇ ਸਰਕਾਰ ਦੀ ਨਲਾਇਕੀ ਉਹ ਜੱਗ ਜ਼ਾਹਰ ਕੀਤੀ। ਔਰ ਉਹਨਾਂ ਨੇ ਕਿਹਾ ਕਿ ਜਿਹੜੇ ਰੁਜ਼ਗਾਰ ਦੇਣ ਦੇ ਵਾਅਦੇ ਕਿਉਂ ਨਹੀਂ ਲੱਭੇ। ਇਸ ਰੈਲੀ ਨੂੰ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਹੋਰਾਂ ਨੇ ਜਿਹੜਾ ਜੀ ਕੀਤਾ ਔਰ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਾਲੀ ਜਿਹੜੀ ਸਰਕਾਰ ਸੀ ਰਗੜੇ ਲਾਏ ਔਰ ਇਹ ਕਿਹਾ ਕਿ 21 ਵਿਧਾਇਕਾਂ ਨੂੰ ਯੋਗ ਕਰਾਉਣ ਦੀ ਸਾਜ਼ਿਸ਼ ਘੜੀ ਗਈ ਜਿਹੜੀ ਸੀ ਉਹਦੇ ਸਰਕਾਰ ਦੇ ਰੋਕਣ ਦੇ ਜਿਹੜੇ ਯਤਨ ਤੇ ਗਏ। ਉਹਨਾਂ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਉਹ ਕੁਝ ਕੀਤਾ ਜੋ 70 ਸਾਲਾਂ ਦੇ ਵਿੱਚ ਨਹੀਂ ਹੋਇਆ। ਖਾਸ ਤੌਰ ਦੇ ਉੱਤੇ ਉਹਨਾਂ ਨੇ ਸਿੱਖਿਆ, ਹੈਲਥ ਦਾ ਸੇਵਾਵਾਂ ਦਾ ਜ਼ਿਕਰ ਕੀਤਾ। ਹਰਮੋਹਨ ਭਵਨ ਹੁਰੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਜਿਹੜਾ ਦੀ ਉਹ ਰਹੇ ਨੇ, ਸੋ ਇਸ ਵਾਰੀ ਉਹਨਾਂ ਨੇ ਪਾਲਾ ਬਦਲਿਆ। ਸੰਭਾਵੀ ਰੂਪ ਵੀ ਕਿਹਾ ਜਾ ਰਿਹਾ ਕਿ ਸ਼ਤਰੂਘਨ ਸਿਨਹਾ ਉਹ ਦਿੱਲੀ ਤੋਂ ਉਮੀਦਵਾਰ ਜਿਹੜੇ ਆ ਆਮ ਆਦਮੀ ਪਾਰਟੀ ਦੇ। ਹਾਲਾਂਕਿ ਸ਼ਤਰੂਘਨ ਸਿਨਹਾ ਹੋਰਾਂ ਨੇ ਕੁਝ ਸਮਾਂ ਪਹਿਲਾਂ ਇਹ ਗੱਲ ਆਖੀ ਕਿ ਉਹ ਪਟਨਾ ਸਾਹਿਬ ਨੂੰ ਨਹੀਂ ਛੱਡਣਗੇ, ਚੋਣ ਪਿਛਲੇ ਸਮੇਂ ਤੋਂ ਲੜਦੇ ਰਹੇ ਆ, ਪਰ ਇੱਥੇ ਆ ਕੇ ਉਹਦੀਆਂ ਸਿੱਧੀਆਂ ਹੁਣ ਬਾਗੀ ਸੁਰਾਂ ਸ਼ਤਰੂਘਨ ਸਿਨਹਾ ਹੋਰੀ ਅਪਣਾ ਗਏ ਆ। ਭਾਰਤੀ ਜਨਤਾ ਪਾਰਟੀ ਹੁਣ ਉਹਨਾਂ ਨੂੰ ਕਿਹੜੇ ਮੂੰਹ ਨਾਲ ਜਿਹੜੀ ਦੀ ਉਹ ਟਿਕਟ ਉਹਨਾਂ ਦਾ ਇਹ ਭਾਰਤੀ ਜਨਤਾ ਪਾਰਟੀ ਤੋਂ ਕਿਨਾਰਾ ਕਰਨਾ ਲਗਭਗ ਤੈਅ ਕਿਹਾ ਜੀ। ਇਸ ਵੇਲੇ ਜਿਹੜਾ ਜੀ ਫਲੌਰ ਦਾ ਬੱਸ ਅੱਡਾ ਹੈ, ਜਦੋਂ ਬੱਸ ਬਣਦੇ ਆ ਲੋਕਾਂ ਦੇ ਪੈਸੇ ਦੇ ਨਾਲ ਜਿਹੜਾ ਜੀ ਉਹ ਬਣਦੇ ਆ, ਪਰ ਜੇ ਉਦਘਾਟਨ ਹੋਈ ਜਾਵੇ ਲੈ ਨਾ ਇਹ ਥੋੜਾ ਜਿਹਾ ਅਜੀਬ। ਫਲੌਰ ਦਾ ਇਹ ਫਲੌਰ ਦੀਆਂ 2 ਨਗਰ ਕੌਂਸਲਾਂ ਤੇ ਨਗਰ ਪੰਚਾਇਤ ਮੁਸ਼ਕਲਾਂ ਤਾਂ ਸਾਂਝੀ, ਪਰ ਫਲੌਰ ਜਿਹੜਾ ਖੇਤਰ ਆ ਜੀ ਇਹ ਬੱਸ ਅੱਡੇ ਦਾ 3 ਵਾਰੀ ਉਦਘਾਟਨ, ਪਰ ਫੇਰ ਵੀ ਬੱਸ ਪੁਲਿਸ ਦਾ ਜਿਹੜਾ ਜੀ ਉਹ ਕਬਜ਼ਾ। ਔਰ ਇਹ ਕਿਹਾ ਜਾ ਰਿਹਾ ਕਿ ਕੋਈ ਵੀ ਬੱਸ ਜਾਂਦੀ ਰਾਤ ਵੇਲੇ ਬੱਸਾਂ 'ਚ ਉਤਰਨ ਵਾਲੇ ਜਿਹੜੇ ਧੁੱਪ ਹਨੇਰੇ ਦੇ ਵਿੱਚ ਉਹਨਾਂ ਨੂੰ ਪੈਦਲ ਜਿਹੜਾ ਜੀ ਉਹ ਜਾਣਾ ਪੈਂਦਾ। ਲੋਕਾਂ ਦੀਆਂ ਕੁਝ ਮੰਗਾਂ ਹੋਣਗੀਆਂ, ਪਰ ਜਿਹੜੇ ਇੱਥੇ ਫਲੌਰ ਦੇ ਲਈ ਸਾਡਾ ਬੱਸ ਅੱਡਾ ਬਣਾ ਵੀ ਦਿੱਤਾ, ਮੰਗ ਵੀ ਉਹ ਮੰਨ ਲਈ, ਰਾਜ ਨਹੀਂ ਉਹਨਾਂ ਨੇ 1 ਵਾਰੀ 2 ਵਾਰੀ 3 ਵਾਰੀ ਬੱਸ ਅੱਡੇ ਦਾ ਜਿਹੜਾ ਉਦਘਾਟਨ ਕਰ ਦਿੱਤਾ, ਪਰ ਨਾ ਤਾਂ ਉੱਥੇ ਜਿਹੜੀਆਂ ਜੀ ਉਹ ਬੱਸਾਂ ਜਾਂਦੀਆਂ ਨੇ, ਬੱਸ ਇਹਨੂੰ ਉਹਦਾ ਨਾਮ ਹੀ ਬੱਸ ਅੱਡਾ ਔਰ ਉਹਦੇ ਤੇ ਉਸ ਦੇ ਵਿੱਚ ਕਬਜ਼ਾ ਇਸ ਵੇਲੇ ਹੈ ਜੀ ਪੁਲਿਸ ਦਾ, ਔਰ ਪੁਲਿਸ ਉਹਦੇ ਉੱਤੇ ਜਿਹੜਾ ਜੀ ਉਹ ਕਬਜ਼ਾ ਕਰਕੇ। ਗੱਲ ਬੱਸ ਅੱਡੇ ਦੀ ਚੱਲੀ ਦੀ, ਸੜਕ ਦੀ ਵੀ ਥੋੜੀ ਜਿਹੀ ਨਾਲ ਕਰ ਸੀ। ਨੈਸ਼ਨਲ ਹਾਈਵੇ ਨੰਬਰ 1 ਤੋਂ ਲੰਘਦੇ ਹੋ ਤਾਂ ਫਗਵਾੜੇ ਵਿਚਲਾ ਇਹਦਾ ਜਿਹੜਾ ਹਿੱਸਾ ਉਹ ਇੰਨੇ ਸਾਲਾਂ ਤੋਂ ਮੁਕੰਮਲ ਹੋਏ ਤੋਂ ਬਿਨਾਂ ਪਿਆ। ਇਹ ਭਾਰਤੀ ਜਨਤਾ ਪਾਰਟੀ ਦੇ 2 ਨੇਤਾਵਾਂ ਦੀ ਅੜੀ ਕਰਕੇ ਜਿਹੜਾ ਜੀ ਉਹ ਰੁਕਿਆ ਹੋਇਆ। ਉੱਥੇ ਖੱਜਲ ਜਿਹੜਾ ਜੀ ਉਹ ਟ੍ਰੈਫਿਕ ਨੂੰ ਹੋਣਾ ਪੈਂਦਾ ਉਸੇ ਦੇ ਨਾਲ। ਹੁਣ ਅੱਜ ਇਹਦਾ ਜਿਹੜਾ ਜੀ ਉਹ ਉਦਘਾਟਨ ਹੋ ਰਿਹਾ ਜੀ। ਰੌਲਾ ਕਿਹੜੀ ਗੱਲ ਦਾ ਸੀਗਾ ਕਿ ਇੱਕ ਆਗੂ ਜਿਹੜਾ BJP ਦਾ ਉਹ ਕਹਿੰਦਾ ਹੈ ਕਿ ਮਿੱਟੀ ਵਾਲਾ ਜਿਹੜਾ, ਦੂਜਾ ਕਹਿੰਦਾ ਜੀ ਹੁਣ ਐਲੀਵੇਟਡ ਰੋਡ ਜਿਹੜੀ ਉਹ ਬਣਨੀ ਆ। ਇਹਨਾਂ 2 ਨੇਤਾਵਾਂ ਦੇ ਵਿਚਾਲੇ ਖਿੱਚਾ ਧੂਈ ਜਿਹੜਾ ਪ੍ਰੋਜੈਕਟ ਉਹ 47 ਕਰੋੜ ਦੇ ਨਾਲ ਜਿਹੜਾ ਜੀ ਉਹ ਮੁਕੰਮਲ ਹੋਣਾ ਸੀਗਾ ਅੱਜ ਤੋਂ 9 ਸਾਲ ਪਹਿਲਾਂ, 8 ਸਾਲ ਪਹਿਲਾਂ, ਉਹ ਹੁਣ 300 ਕਰੋੜ ਜਿਹੜਾ ਜੀ ਉਹ ਟੱਪ ਜਾਊ। ਪੈਸਾ ਜਿਹੜਾ ਜੀ ਉਹ ਲੋਕਾਂ ਦਾ, ਪਰ ਆਪਸੀ ਜਿਹੜੀ ਖਿੱਚਾ ਧੂਈ ਇਹਨਾਂ ਦੀ ਉਹਦੇ ਕਰਕੇ ਜਿਹੜਾ ਜੀ ਸਾਰਾ ਕੁਝ ਹੋਇਆ। ਇੰਨਾ ਪੈਸਾ ਜਿਹੜਾ ਜੀ ਕਿੰਨਾ ਸਮਾਂ ਲੱਗੂਗਾ ਇਹਨੂੰ ਬਣਦਿਆਂ ਜਿਹੜਾ ਜੀ ਉਹ ਬਾਅਦ ਵਾਲੀ ਗੱਲ ਹੈ। ਜਦੋਂ ਗੱਲ ਚੋਣਾਂ ਦੀ ਹੋ ਰਹੀ ਹੈ ਤਾਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਅਮਿਤ ਸ਼ਾਹ ਉਹ ਇੱਥੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਆਏ ਔਰ ਅੰਮ੍ਰਿਤਸਰ ਦੇ ਵਿੱਚ ਆਉਣ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਲੋਕਲ ਉਹਨਾਂ ਦੇ ਵਿਚਾਲੇ ਖਿੱਚਾ ਧੂਈ ਸਪਸ਼ਟ ਨਜ਼ਰ ਆਈ। ਇੱਥੇ ਖਿੱਚਾ ਧੂਈ ਦਾ ਆਲਮ ਇਹ ਸੀਗਾ ਜੀ ਕਿਹਨੇ ਮੂਹਰੀ ਕਤਾਰ ਦੇ ਵਿੱਚ ਬਹਿਣਾ, ਕਿਹਨੇ ਮਗਰਲੀ ਕਤਾਰ ਦੇ ਵਿੱਚ ਬਹਿਣਾ, ਇਹਦੇ ਜਿਹੜਾ ਸੀਗਾ ਉਹ ਪਹਿਲਾਂ ਚੱਲਦਾ ਰਿਹਾ। ਅਨਿਲ ਜੋਸ਼ੀ ਜਿਹੜੇ ਪੰਜਾਬ ਦੇ ਅਕਾਲੀ ਸਰਕਾਰ ਦੇ ਵਿੱਚ ਮੰਤਰੀ ਰਹੇ ਨੇ, ਉਹਨੇ ਆਪਣੀਆਂ ਤਸਵੀਰਾਂ ਵਾਲੇ ਜਿਹੜੇ ਫਲੈਕਸ ਲਵਾਏ ਹੋਏ ਤੇ ਹੋਇਆ ਕਿ ਜਿਹੜੇ ਇਹਨਾਂ ਦੇ ਵਿਰੋਧੀ ਉਹਨੇ ਅਨਿਲ ਜੋਸ਼ੀ ਤਸਵੀਰ ਵਾਲੇ ਜਿਹੜੇ ਸੀ ਉਹ ਸਾਰੇ ਉਤਾਰ ਦਿੱਤੇ ਤੇ ਅਨਿਲ ਜੋਸ਼ੀ ਸਟੇਜ ਤੇ ਵੀ ਨਹੀਂ ਬੈਠ ਦਿੱਤਾ ਗਿਆ। ਹੇਠਾਂ ਜਿਹੜਾ ਸੀਗਾ ਬਿਠਾਈ ਜਿਹੜਾ ਦੀ ਉਹ ਰੱਖਿਆ। ਔਰ ਜਿਹੜੇ ਅਮਿਤ ਸ਼ਾਹ ਸੀ ਉਹ ਆਪਣੇ ਮਿੱਥੇ ਸਮੇਂ ਤੋਂ 2 ਘੰਟੇ ਲੇਟ ਜਿਹੜਾ ਸੀਗਾ ਜੀ ਪਹੁੰਚੇ ਔਰ ਇਹ ਜਿਹੜੀ ਰੈਲੀ ਕੀਤੀ ਇਹਦੇ ਵਿੱਚ ਅਕਾਲੀ ਆਗੂ ਕੋਈ ਵੀ ਜਿਹੜਾ ਉਹ ਨਹੀਂ ਪਹੁੰਚਿਆ। ਹਾਲਾਂਕਿ ਅਮਿਤ ਸ਼ਾਹ ਹੋਰਾਂ ਨੇ ਜਦੋਂ ਕਿਹਾ ਕਿ 13 ਸੀਟਾਂ ਨੇ ਤੇ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਸੀ ਉਹ ਇੱਕ ਦੇ ਮੂੰਹ ਵੱਲ ਵੇਖਣ ਲੱਗ ਗਏ ਵੀ ਭਾਰਤੀ ਜਨਤਾ ਪਾਰਟੀ ਸੀਟਾਂ ਤਾਂ 3 ਆਉਣੀਆਂ ਤੇ 13 ਕਿਵੇਂ। ਫਿਰ ਉਹਨਾਂ ਨੂੰ ਯਾਦ ਆਇਆ ਵੀ ਹਾਂ ਸੱਚ ਅਕਾਲੀ ਦਲ ਦੇ ਨਾਲ ਗੱਠਜੋੜ ਹੈਗਾ
ਤੇ ਗੱਠਜੋੜ ਨੇ 13 ਸੀਟਾਂ ਜਿਹੜੀਆਂ ਜੀ ਲੜਨੀਆਂ। ਮੁੜ ਕੇ ਉਹਨਾਂ ਨੇ ਜਿਹੜਾ ਸੀ ਉਹ ਗੱਠਜੋੜ ਦੇ ਨਾਅਰੇ ਲਾਏ, ਪਰ ਗੱਠਜੋੜ ਦੀ ਜਿਹੜੀ ਅਹਿਮ ਧਿਰ ਸੀ ਉਹ ਉੱਥੇ ਕੋਈ ਵੀ ਉਹਨਾਂ ਦੇ ਵਿੱਚੋਂ ਮੌਜੂਦ ਸੀ। ਉਹਨਾਂ ਨੂੰ ਸੱਦਿਆ ਨਹੀਂ ਗਿਆ, ਉਹ ਆਏ ਨਹੀਂ, ਕਾਰਨ ਰਿਹਾ ਇਹ ਤਾਂ ਕੁਛ ਨਹੀਂ ਜਿਹੜਾ ਜੀ ਉਹ ਪਤਾ। ਪਰ ਜਿਹੜੇ ਨਵਜੋਤ ਸਿੰਘ ਸੀ ਉਹ ਨਿਸ਼ਾਨੇ ਭਾਰਤੀ ਜਨਤਾ ਪਾਰਟੀ ਜਿਹੜਾ ਪ੍ਰਧਾਨ ਔਰ ਬੁਲਾਰੇ ਉਹਨਾਂ ਨੇ ਧਰੀ। ਇੱਕ ਆਗੂ ਨੇ ਉਹਨੂੰ ਦੇਸ਼ ਦਾ ਗਦਾਰ ਐਲਾਨਿਆ ਔਰ ਹੈਰਾਨਗੀ ਵਾਲੀ ਗੱਲ ਸੀ, ਭਾਰਤੀ ਜਨਤਾ ਪਾਰਟੀ ਦੇ ਇੱਕ ਆਗੂ ਨੇ ਉਹਨੂੰ ਪਾਕਿਸਤਾਨ ਦਾ ਸੈੱਲ ਵੀ ਉਹ ਕਰਾਰ ਦੇ, ਜਿੱਥੋਂ ਇਹ ਕਿਹਾ ਜਾ ਸਕੇ ਜਦੋਂ 3 ਰਾਜਾਂ ਦੀਆਂ ਚੋਣਾਂ ਹੋਈਆਂ ਸੀ ਤਾਂ ਨਵਜੋਤ ਸਿੰਘ ਹੋਰਾਂ ਨੇ ਜਿਹੜਾ ਜੀ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਕਾਂਗਰਸ ਦੇ ਮੁੱਖ ਬੁਲਾਰੇ ਵਜੋਂ ਜਿਹੜਾ ਸੀ ਪ੍ਰਚਾਰ ਕੀਤਾ। ਪਰ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਜੀ ਉਹ ਲੱਗਦਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੂੰ ਸਟਾਰ ਪ੍ਰਚਾਰਕ ਦੇ ਤੌਰ ਦੇ ਉੱਤੇ ਫੇਰ ਵਰਤੂ, ਜਿਹਦੇ ਕਰਕੇ ਨਵਜੋਤ ਹੋਰਾਂ ਨੂੰ ਜਿਹੜਾ ਜੀ ਇਹੋ ਜਿਹੇ ਜਿਹੜੇ ਲਾਂਛਣ ਸੀ ਉਹਦੇ ਨਾਲ ਜਿਹੜਾ ਕੀਤਾ ਗਿਆ ਗਦਾਰ ਤੇ ਪਾਕਿਸਤਾਨ ਦਾ ਸੀ। ਕਿਉਂਕਿ ਜਦੋਂ ਕੋਈ ਸਿਆਸਤ ਦੇ ਵਿੱਚ ਕੋਈ ਸਿਆਸੀ ਪਾਰਟੀ ਉੱਤੇ ਇਸ ਲੈਵਲ ਦੇ ਸਿਆਸੀ ਹਮਲੇ ਕਰੇ ਤਾਂ ਉੱਥੋਂ ਇਹ ਅੰਦਾਜ਼ਾ ਜਿਹੜਾ ਜੀ ਉਹ ਲਾਇਆ ਜਾਣਾ ਚਾਹੀਦਾ ਹੈ ਕਿ ਜਿਹੜਾ ਸਾਹਮਣੇ ਵਾਲਾ ਜਿਹਦੇ ਉੱਤੇ ਹਮਲੇ ਹੋ ਰਹੇ ਆ ਉਹਦਾ ਸਿਆਸੀ ਕੱਦ-ਬੁੱਤ ਜਿਹੜਾ ਜੀ ਉਹ ਵੱਧ ਰਿਹਾ ਜਾਂ ਵੱਧ ਗਿਆ ਹੋਇਆ। ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਸਿੱਖਿਆ ਵਿਭਾਗ ਹੈ ਦੀ ਅੜੀ ਜਿਹੜੀ ਆ ਜੀ ਉਹ ਬੜੇ ਕਮਾਲ ਦੀ ਪੰਜਾਬ ਦੀ ਬਦਕਿਸਮਤੀ ਰਹੀ ਆ ਕਿ ਸਿੱਖਿਆ ਮੰਤਰੀ ਉਹੀ ਮਿਲਦੇ ਰਹੇ ਆ ਜਿਹੜੇ ਆਪਣੇ ਬਚਪਨ ਦੇ ਵਿੱਚ ਸਿੱਖਿਆ ਤੋਂ ਬਹੁਤ ਦੂਰ ਰਹੇ ਆ। ਜਿਹੜੇ ਮੌਜੂਦਾ ਜੋ ਹਾਲਾਤ ਬਣੇ ਹੋਏ ਆ ਉਹ ਕੋਈ ਬਹੁਤ ਸੁਧਰਦੇ ਨਜ਼ਰ ਨਹੀਂ ਆ ਰਹੇ। ਹਾਲਾਂਕਿ ਟੀਚਰਾਂ ਦੀ ਮੀਟਿੰਗ ਆ ਉਹ ਮੁੱਕਰੀ ਦੇ ਨਾਲ ਵੀ ਆ। ਜਿਹੜਾ ਪੜ੍ਹੋ ਪੰਜਾਬ ਸਕੀਮ ਹੈ ਇਹਦਾ ਜਿਹੜਾ ਪੋਸਟ ਟੈਸਟ ਹੈ ਇਹਦਾ ਬਾਈਕਾਟ ਕਰਨ ਵਾਲੇ ਜਿਹੜੇ ਟੀਚਰ ਨੇ ਉਹਨਾਂ ਦੀ ਜਿੱਦ ਤੋੜਨ ਦੇ ਵਾਸਤੇ, ਹੱਥ ਭੰਨਣ ਦੇ ਵਾਸਤੇ ਸਰਕਾਰੀ ਸਕੂਲਾਂ ਦੇ ਵਿੱਚ ਪੁਲਿਸ ਦਾ ਡੰਡਾ ਜਿਹੜਾ ਜੀ ਉਹ ਖੜਕਾਇਆ ਜਾ ਰਿਹਾ। ਸਿੱਖਿਆ ਅੜੀ ਫੜੀ ਹੋਈ ਆ ਇਹ ਪੋਸਟ ਟੈਸਟ ਹਰ ਹੀਲੇ ਸਫਲ ਬਣਾਉਣਾ। ਉਧਰ ਅਧਿਆਪਕ ਜਿਹੜੇ ਆ ਜੀ ਉਹ ਵੀ ਅੜ ਗਏ ਇਸ ਗੱਲ ਦੇ ਔਰ ਉਹ ਇਹ ਕਹਿੰਦੇ ਆ ਕਿ ਪੋਸਟ ਟੈਸਟ ਹੋਣ ਦੇਣਗੇ। ਮਾਲਵਾ ਖਿੱਤੇ ਦੇ ਅੱਧੀ ਦਰਜਨ ਇੱਕ ਬਠਿੰਡਾ, ਮਾਨਸਾ, ਮੁਕਤਸਰ, ਫਰੀਦਕੋਟ, ਸੰਗਰੂਰ ਤੇ ਫਿਰੋਜ਼ਪੁਰ ਦੇ ਵਿੱਚ ਪੋਸਟ ਟੈਸਟ ਨੂੰ ਲੈ ਕੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਜੀ ਬਣਿਆ ਹੋਇਆ। ਸਿੱਖਿਆ ਸਕੱਤਰ ਤੇ ਅਧਿਆਪਕ ਧਿਰਾਂ ਜਿਹੜੀਆਂ ਜੀ ਉਹ ਆਪਸੀ ਤਲਖੀ ਦੇ ਵਿੱਚ ਇਹਦਾ ਖਮਿਆਜ਼ਾ ਬੱਚਿਆਂ ਨੂੰ ਭੁਗਤਣਾ ਪੈ ਰਿਹਾ। DPI ਜਿਹੜਾ ਐਲੀਮੈਂਟਰੀ ਆ ਉਹਨੇ ਬਠਿੰਡਾ ਤੇ ਮਾਨਸਾ ਡਿਸਟ੍ਰਿਕਟ ਦੇ ਵਿੱਚ ਪੋਸਟ ਟੈਸਟ ਦਾ ਬਾਈਕਾਟ ਕਰਨ 4 ਟੀਚਰ ਜਿਹੜੇ ਨੇ ਉਹਨਾਂ ਨੂੰ ਦੁਆਬੇ ਦੇ ਵਿੱਚ ਬਦਲਤਾ, ਜਦੋਂ ਕਿ ਇਹਨਾਂ ਚੋਂ 3 ਅਧਿਆਪਕਾਂ ਨੂੰ ਪਹਿਲਾਂ ਮਾਝੇ ਦੇ ਵਿੱਚ ਬਦਲਿਆ ਗਿਆ ਸੀ। ਉਹੀ ਕੰਮ ਫੇਰ ਸ਼ੁਰੂ ਹੋ ਗਿਆ ਜਿਹੜਾ ਕੁਝ ਹਫ਼ਤੇ ਪਹਿਲਾਂ ਜਦੋਂ ਟੀਚਰ ਜਿਹੜਾ ਸੰਘਰਸ਼ ਕਰ ਰਹੇ ਸੀ ਉਹ ਸੀਗਾ। ਸਰਕਾਰੀ ਹੁਕਮ ਕਹਿੰਦੇ ਆ ਕਿ ਇਹ ਅਧਿਆਪਕ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਂਦੇ ਆ ਔਰ ਪਿੰਡਾਂ ਦੇ ਲੋਕਾਂ ਨੂੰ ਭੜਕਾਉਂਦੇ ਆ, ਅਧਿਕਾਰੀਆਂ ਨੂੰ ਬੱਚਿਆਂ ਦੇ ਮਿਆਰ ਦਾ ਮੁਲਾਂਕਣ ਕਰਨ ਤੋਂ ਰੋਕਦੇ ਆ। ਇਸ ਕਰਕੇ ਇਹਨਾਂ ਨੂੰ ਜਿਹੜਾ ਜੀ ਉਹ ਬਦਲ ਦਿੱਤੇ। ਨਹੀਂ ਸਮਝ ਆਉਂਦੀ ਕਿ ਜਿਹੜੀ ਮੌਜੂਦਾ ਕਾਂਗਰਸ ਸਰਕਾਰ ਹੈ ਉਹ ਕੌਨਫੀਡੈਂਸ ਦੇ ਵਿੱਚ ਹੈ ਜਾਂ ਓਵਰ ਕੌਨਫੀਡੈਂਸ ਤੇ, ਕਿਉਂਕਿ ਜਿਸ ਕਿਸਮ ਦੀ ਅੜੀ ਜਿਹੜੀ ਉਹ ਸਰਕਾਰ ਨੇ ਔਰ ਸਿੱਖਿਆ ਮੰਤਰੀ ਨੇ ਖਾਸ ਤੌਰ ਦੇ ਉਹ ਫੜੀ ਹੋਈ ਆ ਉਹ ਬੜੀ ਅਜੀਬੋ-ਗਰੀਬ ਹੈ ਜੀ। ਇਹ ਜਿਹੜੇ ਹੁਕਮ ਆਏ ਇਹਨਾਂ ਦੇ ਉੱਤੇ ਬਲਦੀ ਤੇ ਤੇਲ ਜਿਹੜਾ ਜੀ ਹੁਣ ਉਹ ਪੈ ਗਿਆ। ਸਿੱਖਿਆ ਵਿਭਾਗ ਨੇ ਪੰਜਾਬ ਦੇ ਕਰੀਬ 30,500 ਸਕੂਲਾਂ ਦੇ ਵਿੱਚ ਬੱਚਿਆਂ ਦੇ ਮਿਆਰ ਦਾ ਮੁਲਾਂਕਣ ਕਰਨ ਦੀ ਖਾਤਰ 22 ਫਰਵਰੀ ਤੋਂ 11 ਮਾਰਚ ਤੱਕ ਪੋਸਟ ਟੈਸਟ ਨੇ ਕਿਹਾ ਕਿ ਲਾਜ਼ਮੀ ਜਿਹੜਾ ਜੀ ਉਹ ਕਰਾਰ ਦੇ ਦਿੱਤਾ। ਜਿਹੜੇ ਟੀਚਰ ਆ ਜੀ ਉਹ ਆਪਣੀ ਗੱਲ ਦੇ ਉੱਤੇ ਉਹ ਕਹਿੰਦੇ ਕਿ ਅਸੀਂ ਇਹ ਪੋਸਟ ਟੈਸਟ ਜਿਹੜਾ ਨਹੀਂ ਲੈਣਾ। ਜਿਹੜੇ ਇਹਨਾਂ ਦੀ ਕਮੇਟੀ ਆ ਜੀ ਉਹਦਾ ਇੱਕ ਮੈਂਬਰ ਜਿਹੜਾ ਜੀ ਉਹ ਇਹ ਕਹਿੰਦਾ ਹੈ ਕਿ ਸਰਕਾਰ ਅਧਿਆਪਕ ਮੰਗਾਂ ਤੋਂ ਭੱਜੀ ਆ, ਇਹ ਉਹ ਕਿਸੇ ਵੀ ਸੂਰਤ ਦੇ ਵਿੱਚ ਟੈਸਟ ਨਹੀਂ ਹੋਣ ਦੇਣਗੇ। ਉਹ ਖੁਦ ਟੈਸਟ ਲੈ ਕੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਣ ਦੇਣਗੇ। ਔਰ ਉਹਨੇ ਇਹ ਵੀ ਕਿਹਾ ਗਿਆ ਕਿ ਜਿਹੜੀ 28 ਤਰੀਕ ਨੂੰ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਣੀ ਆ, ਜੇ ਇਹਦੇ ਵਿੱਚ ਹੱਲ ਨਹੀਂ ਹੋਇਆ ਤਾਂ ਅਗਲੇ ਦਿਨ ਸਿੱਖਿਆ ਦੀ ਰਿਹਾਇਸ਼ ਜਿਹੜੀ ਆ ਜੀ ਜਾਊਗੀ। ਭਾਵ ਕਿ ਅੜੀ ਦੋਨਾਂ ਸਾਈਡਾਂ ਦੇ ਜਿਉਂ ਦੀ ਤਿਉਂ ਜਿਹੜੀ ਆ ਉਹ ਕਾਇਮ ਹੈ ਔਰ ਇਹ ਘਟਣ ਦੇ ਆਸਾਰ ਜਿਹੜੇ ਆ ਜੀ ਉਹ ਘੱਟ ਨਜ਼ਰ ਆ ਜੀ। ਤੇ ਜਿਹੜੇ ਪ੍ਰਵਾਸੀ ਭਾਰਤੀ ਨੇ ਉਹਨਾਂ ਦੀ ਵੋਟਾਂ ਕਿਉਂਕਿ ਆ ਰਹੀਆਂ ਨੇ ਉਹਨਾਂ ਦਾ ਵੀ ਰੋਲ ਜਿਹੜਾ ਜੀ ਉਹ ਰਹਿੰਦਾ ਹੈ। ਅਕਸਰ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਪ੍ਰਵਾਸੀ ਜਿਹੜੇ ਆ ਉਹਨਾਂ ਨੂੰ ਕੁਛ ਨਾ ਕੁਛ ਜਿਹੜਾ ਜੀ ਫੁੱਲੀਆਂ ਪਾਉਂਦੀਆਂ ਰਹਿੰਦੀਆਂ ਨੇ, ਕੁਛ ਨਾ ਕੁਛ ਜਿਹੜਾ ਜੀ ਰਹਿੰਦੀਆਂ ਨੇ। ਪਰ ਜਦੋਂ ਗੱਲ ਆਉਂਦੀ ਹੈ ਜੀ ਆਨਲਾਈਨ ਵੋਟ ਦੀ ਜਾਂ ਪ੍ਰੌਕਸੀ ਉਦੋਂ ਫਿਰ ਜਿਹੜਾ ਜੀ ਇਹ ਸਾਰਾ ਕੁਛ ਬਿਲਕੁਲ ਭੁੱਲ ਭੁਲਾ ਜਿਹੜਾ ਇਸ ਸਾਲ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਵਾਸੀ ਭਾਰਤੀ ਆਪੋ ਆਪਣੇ ਮੁਲਕਾਂ ਦੇ ਵਿੱਚ ਵੋਟਾਂ ਨਹੀਂ ਪਾ ਸਕਣਗੇ। ਜੇ ਉਹਨਾਂ ਨੂੰ ਵੋਟਾਂ ਪਾਉਣੀਆਂ ਨੇ ਤਾਂ ਉਹਨਾਂ ਨੂੰ ਭਾਰਤ ਆਉਣਾ ਪਏਗਾ, ਉਹਨਾਂ ਦਾ ਨਾਂ ਵੋਟਰ ਸੂਚੀ ਦਰਜ ਹੋਣਾ ਲਾਜ਼ਮੀ। ਚੋਣ ਕਮਿਸ਼ਨ ਨੇ ਆਨਲਾਈਨ ਵੋਟਾਂ ਪਾਉਣ ਦੀ ਤੋਂ ਮਨਾ ਕਰ ਦਿੱਤਾ ਹੈ। ਭਾਰਤ ਦੇ 3 ਕਰੋੜ ਲੋਕ ਜਿਹੜੇ ਆ ਉਹ ਵੱਖ-ਵੱਖ ਮੁਲਕਾਂ ਦੇ ਵਿੱਚ ਵਸੇ ਆ, ਜਿਨ੍ਹਾਂ ਦੇ ਵਿੱਚ 1 ਕਰੋੜ ਪ੍ਰਵਾਸੀ ਪੰਜਾਬੀ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਬ੍ਰਿਟਨ, ਸਵੀਡਨ ਤੇ ਅਰਬ ਮੁਲਕਾਂ ਦੇ ਵਿੱਚ ਉਹ ਵਸਦੇ ਆ।
ਮੌਜੂਦਾ ਕੇਂਦਰ ਦੀ ਸਰਕਾਰ ਨੇ ਪ੍ਰਵਾਸੀਆਂ ਨੂੰ ਵੋਟ ਦੇਣ ਦੇ ਅਧਿਕਾਰ ਦੇ ਵਾਸਤੇ ਆਰਪੀ ਬਿੱਲ 2018 ਲੋਕ ਸਭਾ ਦੇ ਵਿੱਚ ਪਾਸ ਕੀਤਾ ਸੀਗਾ, ਪਰ ਹੁਣ ਲੋਕ ਸਭਾ ਜਿਹੜਾ ਉਹ ਬੈਠੀ ਔਰ ਬਿੱਲ ਪਾਸ ਕਰਕੇ ਰਾਜ ਸਭਾ ਦੇ ਵਿੱਚ ਭੇਜਿਆ ਜਾ ਚੁੱਕਾ। ਲੋਕ ਸਭਾ ਦੀ ਮਿਆਦ ਮਈ ਤੱਕ ਹੈ ਔਰ ਇਸ ਦੌਰਾਨ ਬਿੱਲ ਪਾਸ ਹੋ ਕੇ ਸ਼ਕਲ ਅਖਤਿਆਰ ਨਹੀਂ ਕਰ ਸਕੂਗਾ, ਜਿਹਦੇ ਕਰਕੇ ਇਹ ਬਿੱਲ ਜਿਹੜਾ ਜੀ ਉਹ ਖਤਮ ਹੋ ਜਾਊਗਾ। ਇਸ ਤਬਦੀਲ ਦੇ ਰਾਹੀਂ ਉਹਨਾਂ ਪ੍ਰਵਾਸੀ ਭਾਰਤੀਆਂ ਦਾ ਹੱਕ ਦਿੱਤਾ ਗਿਆ ਸੀਗਾ ਜਿਨ੍ਹਾਂ ਦੇ ਨਾਮ ਵੋਟ ਦਰਜ ਨੇ। ਇਹ ਆਨਲਾਈਨ ਜਿਹੜਾ ਵੋਟਿੰਗ ਹੈ ਜੀ ਉਹ ਪ੍ਰਵਾਸੀਆਂ ਨਹੀਂ ਮਿਲਣੀ, ਐਵੇਂ ਕੋਈ ਝਾਕ ਜੋ ਨਾ ਜਾਂਦੇ ਜਾਂਦੇ ਜਿਹੜਾ ਜੀ ਇੱਕ ਅਪਡੇਟ ਥੋੜੀ ਮੈਂ ਤੁਹਾਨੂੰ ਬਰਗਾੜੀ ਔਰ ਬਹਿਬਲ ਕਲਾਕਾਂਡ ਜਾਂਚ ਹੋ ਰਹੀ ਹੈ SI ਦੇ ਦੌਰਾਨ, ਕਿਉਂਕਿ ਬਹੁਤ ਸਾਰੇ ਜਿਹੜੇ ਪ੍ਰਵਾਸੀ ਨੇ ਜੀ ਇਸ ਵੇਲੇ ਉਹਨਾਂ ਦੀਆਂ ਨਿਗਾਹ ਕਾਸੇ ਦੇ ਉੱਤੇ ਲੱਗੀਆਂ ਹੋਈਆਂ ਨੇ। ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸਮੇਤ ਸੈਣੀ ਹੋਰਾਂ ਤੋਂ ਜਿਹੜੀ ਹੈ ਜੀ ਉਹ SIT ਨੇ ਕਰਨੀ ਹੈ। ਸਮੇਤ ਸੈਣੀ ਹੋਰਾਂ ਨੇ ਇਹ ਗੱਲ ਆਖੀ ਹੈ ਕਿ ਉਹ ਗੋਲ-ਮੋਲ ਜਵਾਬ ਨਹੀਂ ਦੇਣਗੇ, ਸਿੱਧੇ ਡਾਇਰੈਕਟ ਜਵਾਬ ਜਿਹੜੇ ਦੇਣਗੇ। ਦੋ ਜਿਹੜਾ ਜੀ ਉਹ ਆ ਰਹੇ ਆ, ਇੱਕ ਉਸ ਟਾਈਮ ਸਪੈਸ਼ਲ ਡਿਊਟੀ ਦੇ ਉੱਤੇ ਗਗਨਦੀਪ ਸਿੰਘ ਬਰਾੜ ਤੇ ਦੂਸਰਾ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ। ਗਗਨਦੀਪ ਬਰਾੜ ਕਹਿੰਦੇ ਨਹੀਂ ਯਾਦ ਕੋਈ ਗੱਲਬਾਤ ਜਿਹੜੀ ਹੋਰਾਂ ਦੇ ਨਾਲ ਹੋਈ। ਫਿਰ ਸੈਣੀ ਹੋਰਾਂ ਨੇ ਕਿਹਾ ਕਿ ਉਹਨਾਂ ਦੇ ਥਰੂ ਗੱਲਬਾਤ ਸੋ ਇਸ ਗੱਲ ਦੀ ਸੰਭਾਵਨਾ ਹੋਗੀ ਕਿ ਗਗਨਦੀਪ ਬਰਾੜ ਤੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਾਬਕਾ ਮੁੱਖ ਮੰਤਰੀ ਉਹਨਾਂ ਤੋਂ ਮੁੜ ਕੇ ਪੁੱਛਗਿੱਛ ਜਿਹੜੀ ਆ ਜੀ ਉਹ SIT ਜਲਦੀ ਕਰੂਗੀ। ਔਰ ਇੱਕ SIT ਜਿਹੜੀ ਬਣਾਈ ਸੀ ਉਦੋਂ ਦੀ ਸਰਕਾਰ ਨੇ ਉਸ SIT ਦੇ ਅਫਸਰਾਂ ਤੋਂ ਵੀ ਪੁੱਛਗਿੱਛ ਤੇ ਜਾਣ ਦੀ ਉਹ ਪੂਰੀ ਸੰਭਾਵਨਾ ਨਜ਼ਰ ਆ ਰਹੀ ਹੈ। ਤੁਹਾਨੂੰ ਯਾਦ ਹੋਣਾ ਉਹ ਜਿਹੜੀ SIT ਦੋ ਮੁੰਡੇ ਜਿਹੜੇ ਜੀ ਉਹ ਚੱਕ ਲਈ, ਉਹਨਾਂ ਵਿਚਾਰਿਆਂ ਦਾ ਇੰਨਾ ਕਟਾਪਾ ਜਿਹੜਾ ਜੀ ਕੀਤਾ ਤੇ ਉਹ ਇੱਕ ਤਾਂ ਅਪਾਹਜ ਤੱਕ ਜਿਹੜਾ ਜੀ ਸੀ ਉਹ SI ਹੈ, ਇਹਦੇ ਤੋਂ ਵੀ ਜਿਹੜੀ ਜਾ ਸਕਦੀ ਆ। ਬਾਕੀ ਜਿਹੜਾ ਅੱਜ ਸਾਬਕਾ ਜਿਹੜੇ ਦਿੱਤੀ ਜਾਣੀ ਆ ਇਹ ਗਗਨਦੀਪ ਬਰਾੜ ਵਾਲਾ ਮਸਲਾ ਜੋ ਵੀ ਇਹ ਬਾਕੀ ਵਿਸਥਾਰ ਹੋ ਨਿਕਲਦਾ ਕੱਲ ਦੇ ਪ੍ਰੋਗਰਾਮ ਦੇ ਮੈਂ ਤੁਹਾਡੇ ਨਾਲ ਸਾਰੀ ਬਹੁਤ ਮਿਹਰਬਾਨੀ, ਧੰਨਵਾਦ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਅੱਜ ਦਾ ਪ੍ਰੋਗਰਾਮ ਇੱਦਾਂ ਹੀ ਅਸੀਂ ਇਜਾਜ਼ਤ ਲੈਂਦੇ ਜੀ। ਸੁਣਦੇ ਰਹੋ ਪੰਜਾਬੀ ਰੇਡੀਓ